कबीर पंथ ਨੂੰ ਮੰਨਣ ਵਾਲੇ ਰਾਮਪਾਲ ਦੇ ਹਿਮਾਇਤੀ ਪੂਰੇ ਦੇਸ਼ ਵਿੱਚ ਨੇ। ਸਮਾਜ ਦੇ ਹਰ ਵਰਗ ਦੇ ਲੋਕ ਰਾਮਪਾਲ ਨਾਲ ਜੁੜੇ ਹੋਏ ਨੇ। ਵਧੇਰੀ ਗਿਣਤੀ ਗਰੀਬ ਵਰਗ ਦੇ ਲੋਕਾਂ ਦੀ ਹੈ। ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੈ ਕੇ ਹਜ਼ਾਰਾਂ ਲੋਕ ਰਾਮਪਾਲ ਕੋਲ ਪਹੁੰਚਦੇ ਨੇ। ਸੰਸਥਾ ਵੱਲੋਂ ਹਰ ਸਾਲ 3 ਵੱਡੇ ਸਮਾਗਮ ਕਰਵਾਏ ਜਾਂਦੇ ਨੇ। ਇਹਨਾਂ ਤਿੰਨਾਂ ਸਮਾਗਮਾਂ ਵਿੱਚੋਂ ਸਭ ਤੋਂ ਵੱਡਾ ਸਮਾਗਮ ਭਗਤ ਕਬੀਰ ਦੇ ਜਨਮ ਦਿਹਾੜੇ ਤੇ ਹੁੰਦਾ ਹੈ। ਰਾਮਪਾਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਆਸ਼ਰਮ ਵਿੱਚ ਉਹਨਾਂ ਨੂੰ ਜ਼ਿੰਦਗੀ ਜਿਉਣ ਦੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ ਨੇ। मतलब जीवन में ना तो कोई नशा करना है, ना किसी को अगर कोई नशा मांगता है कि मेरे को पौवा ला दे या मतलब गुटखा ला दे, तंबाकू ला दे, वो लाके भी नहीं देना है। मतलब जितने बुरे कर्म हैं वो सबको मना करते थे छोड़ दे। ਸਭ ਤੋਂ ਪਹਿਲਾਂ ਜੋ ਵੀ ਆਸ਼ਰਮ ਪਹੁੰਚਦਾ ਹੈ ਉਸ ਦੀ ਪਰੇਸ਼ਾਨੀ ਸੁਣੀ ਜਾਂਦੀ ਹੈ। ਫਿਰ ਉਸ ਨੂੰ ਇੱਕ ਫਾਰਮ ਭਰਨ ਲਈ ਕਿਹਾ ਜਾਂਦਾ ਹੈ ਜਿਸ ਵਿੱਚ ਉਸ ਸ਼ਖਸ ਬਾਰੇ ਸਾਰੀ ਜਾਣਕਾਰੀ ਲਈ ਜਾਂਦੀ ਹੈ। ਆਸ਼ਰਮ ਆਪਣੇ ਸਾਰੇ ਸਮਰਥਕਾਂ ਦਾ ਰਿਕਾਰਡ ਰੱਖਦਾ ਹੈ। ਇੱਕ ਵਾਰ ਜੋ ਸੰਤ ਰਾਮਪਾਲ ਦਾ ਨਾਮ ਲੈ ਲਵੇ ਉਸ ਨੂੰ ਸਾਲ ਵਿੱਚ 4 ਵਾਰ ਆਸ਼ਰਮ ਵਿੱਚ ਆਉਣਾ ਪੈਂਦਾ ਹੈ। ਰਾਮਪਾਲ ਆਪਣੀ ਆਵਾਜ਼ ਭਗਤਾਂ ਤੱਕ ਪਹੁੰਚਾਉਣ ਲਈ ਟੀਵੀ, ਵੈਬਸਾਈਟ, ਫੇਸਬੁੱਕ ਦਾ ਸਹਾਰਾ ਲੈਂਦੇ ਨੇ। ਇਸ ਤੋਂ ਇਲਾਵਾ ਆਸ਼ਰਮ ਵੱਲੋਂ ਗਿਆਨ ਗੰਗਾ ਨਾਂ ਦੀ ਕਿਤਾਬ ਵੀ ਛਾਪੀ ਜਾਂਦੀ ਹੈ। सत्संग सुना करते, रोज रोज सुनते, तो वो शास्त्र के अंदर से ज्ञान देते, तो उसके लिए वो हमको बहुत अच्छा लगा। तो उसके वास्ते हम खुद चले आए यहाँ। तो हमने सोचा कि चलो वहाँ से गुरुजी से दीक्षा लेंगे और वो भक्ति करेंगे, जो शास्त्र में लिखा है वो भक्ति करेंगे। अपनों को ये दूसरी किसी की बातों की ज्ञान नहीं करनी। तो इसके लिए हम आश्रम में आए थे। मुझे यहाँ के जो हालात थे इसके बारे में कोई जानकारी नहीं थी, और जो इनका प्रवचन है, ज्ञान है, वो मतलब एक जैसे मतलब ना अंधेरे में से उजाले में लाना इंसान को, वैसा ज्ञान है। मैं उससे आकर्षित होकर यहाँ पर आया हूँ। 7 ਤੋਂ 9 ਨਵੰਬਰ ਤੱਕ ਵੀ ਆਸ਼ਰਮ ਵਿੱਚ ਸਤਸੰਗ ਹੋਣਾ ਸੀ। ਇਸ ਸਤਸੰਗ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਇਸ ਤੋਂ ਇਲਾਵਾ ਵੀ ਵੱਡੀ ਗਿਣਤੀ ਵਿੱਚ ਵੱਖ-ਵੱਖ ਸੂਬਿਆਂ ਤੋਂ ਲੋਕਾਂ ਨੂੰ ਆਸ਼ਰਮ ਸੱਦਿਆ ਗਿਆ। ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਆਪਣੀਆਂ ਪਰੇਸ਼ਾਨੀਆਂ ਨੂੰ ਸੁਲਝਾਉਣ ਲਈ ਮਦਦ ਮੰਗਣ ਆਏ ਇਹ ਲੋਕ ਖੁਦ ਪਰੇਸ਼ਾਨੀ ਵਿੱਚ ਫਸ ਜਾਣਗੇ। ਜਿਸ ਦਿਨ ਤੋਂ ਹਾਈ ਕੋਰਟ ਨੇ ਰਾਮਪਾਲ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਨੇ ਉਸੇ ਦਿਨ ਤੋਂ ਇਹਨਾਂ ਨੂੰ ਆਸ਼ਰਮ ਵਿੱਚ ਰੱਖਿਆ ਗਿਆ। ਆਸ਼ਰਮ ਦੀ ਸੁਰੱਖਿਆ ਲਈ ਕਾਲੇ ਲਿਬਾਸ ਤੇ ਹਥਿਆਰਾਂ ਨਾਲ ਲੈਸ ਕਮਾਂਡੋ ਵੀ ਰੱਖੇ ਗਏ ਨੇ। ਆਸ਼ਰਮ ਤੋਂ ਬਾਹਰ ਕੱਢੇ ਗਏ ਲੋਕਾਂ ਮੁਤਾਬਕ ਇਹ ਕਮਾਂਡੋ ਸੰਗਤ ਲਈ ਆਏ ਲੋਕਾਂ ਵਿੱਚੋਂ ਨਹੀਂ ਨੇ, ਬਲਕਿ ਇਹਨਾਂ ਨੂੰ ਕਿਰਾਏ ਤੇ ਲਿਆਂਦਾ ਗਿਆ। एक किसानी का काम करता हूँ, किसान हूँ, और मैं यहाँ 6 तारीख से आया हूँ। तो 6 तारीख से आया हूँ, तो बीच में गुरुजी की हाजिरी लगाने की थी कोर्ट में। तो उसके वास्ते चलो हमने बोला कि चलो कोई ना कोई हल निकल जाएगा उसका। तो फिर रुक जाते यहाँ, 2-4 दिन रुक जाते। फिर हम लोगों ने जो रिजर्वेशन था हमारा वो भी कैंसिल होगा। फिर उसके बाद में हमारे पास थोड़े पैसे हैं, जहाँ तक जाएंगे वहाँ तक चले जाएंगे। अभी आगे प्रभु की इच्छा। को उनकी पेशी है गुरुजी की, तो हम लोग सोच रहे थे पेशी पे कोई ना कोई हल निकल आएगा। पेशी तक हम लोग नहीं रहते हैं, बस ये सोच के हम लोग वहाँ पे रह रहे थे। भंडारा होता था, चाय मिलती थी पीने को। तो आप कहते नहीं थे कि हमें बाहर जाना है? कहते थे लेकिन जाने नहीं दे रहे थे। अच्छा, बाहर का माहौल हो सकता है बोले, तो बाहर अभी नहीं जाना। माहौल ठीक हो जाएगा तो अपने आप गाड़ी, गुरुजी की गाड़ी छोड़ने आ जाएंगी तुमको। ऐसा देखिए, वो उसका हमें भी नहीं पता चला कि कुछ है, लेकिन वो कौन है हमें नहीं मालूम। वो कोई प्राइवेट सिक्योरिटी एजेंसी है या क्या है, लेकिन वो भक्तों में तो कोई नहीं है। ਇਹਨਾਂ ਲੋਕਾਂ ਦੀ ਗੱਲ ਤੇ ਯਕੀਨ ਕੀਤਾ ਜਾਵੇ ਤਾਂ ਇਹ ਸਾਫ਼ ਹੈ ਕਿ ਰਾਮਪਾਲ ਤੇ ਆਸ਼ਰਮ ਦੇ ਲੋਕ ਪਹਿਲਾਂ ਤੋਂ ਹੀ ਕਾਨੂੰਨ ਖਿਲਾਫ ਮੋਰਚੇ ਲਈ ਤਿਆਰੀ ਵਿੱਚ ਸਨ। ਕਈ ਦਿਨਾਂ ਤੱਕ ਆਸ਼ਰਮ ਦੇ ਬਾਹਰ ਡਟੇ ਰਹੇ ਇਹਨਾਂ ਲੋਕਾਂ ਦੀ ਭੀੜ ਤੋਂ ਸਾਫ਼ ਹੈ ਕਿ ਰਾਮਪਾਲ ਨੇ ਆਪਣੇ ਬਚਾਅ ਲਈ ਬੱਚਿਆਂ ਅਤੇ ਔਰਤਾਂ ਨੂੰ ਆਪਣੀ ਢਾਲ ਵਜੋਂ ਵਰਤੋਂ ਕੀਤੀ।